ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਕਾਮਾ ਗਾਟਾ ਮਾਰੂ ਤੇ ਬਾਬਾ ਗੁਰਦੇਵ ਸਿੰਘ। 15 ਨਵੰਬਰ 1921 ਵਾਲੇ ਦਿਨ ਨਨਕਾਣਾ ਸਾਹਿਬ ਵਿਖੇ ਸੱਜੇ ਦੀਵਾਨ ਦੀ ਸਟੇਜ ਤੋਂ ਸਟੇਜ ਸੈਕਟਰੀ ਸੁੰਦਰ ਸਿੰਘ ਲਾਇਲਪੁਰੀ ਨੇ ਕਿਸੇ ਵਿਅਕਤੀ ਨੂੰ ਸਟੇਜ ਤੇ ਆ ਕੇ ਸੰਗਤਾਂ ਨੂੰ ਦਰਸ਼ਨ ਦੇਣ ਦਾ ਸੱਦਾ ਦਿੱਤਾ। ਦਰਮਿਆਨੇ ਕੱਦ ਦਾ ਇੱਕ ਮਾੜੂਆ ਜਿਹਾ ਬਜ਼ੁਰਗ ਚਾਦਰ ਦੀ ਬੁੱਕਲ ਮਾਰੀ ਸੰਗਤ ਵਿੱਚੋਂ ਉੱਠਣ ਹੀ ਲੱਗਾ ਸੀ ਕਿ ਮਗਰ ਬੈਠੇ ਇੱਕ ਨੌਜਵਾਨ ਨੇ ਕਰਾਰੀ ਢੋਲ ਮੁੱਕਾ ਬਜ਼ੁਰਗ ਦੇ ਲੱਕ ਵਿੱਚ ਮਾਰੀ ਤੇ ਕਿਹਾ, ਠਾਂ ਬਹੁ ਬੁੱਢਿਆ, ਮੈਨੂੰ ਵੀ ਦਰਸ਼ਨ ਕਰ ਲੈਣ ਦੇ, ਦੇਸ਼ ਦੀ ਆਜ਼ਾਦੀ ਦੀ ਸ਼ਮਾ ਦੇ ਪਰਵਾਨੇ ਦੇ। ਨੌਜਵਾਨ ਇਹ ਨਹੀਂ ਸੀ ਜਾਣਦਾ ਕਿ ਜਿਹਦੇ ਦਰਸ਼ਨਾਂ ਨੂੰ ਉਹਦੀਆਂ ਅੱਖਾਂ ਤਰਸ ਰਹੀਆਂ ਹਨ, ਉਸੇ ਹੀ ਬਜ਼ੁਰਗ ਦੇ ਲੱਕ ਵਿੱਚ ਉਹਨੇ ਅਣਜਾਣੇ ਹੀ ਧੌਲ ਕੱਢ ਮਾਰੀ। ਧੌਲ ਖਾ ਕੇ ਬਾਬਾ ਗੁਰਦੇਵ ਸਿੰਘ ਜੀ ਸੰਭਲੇ ਤੇ ਹੌਲੇ ਹੌਲੇ ਅੱਗੇ ਵੱਧ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਸਤਿਕਾਰ ਸਹਿਤ ਮੱਥਾ ਟੇਕਣ ਉਪਰੰਤ ਸਟੇਜ ਤੇ ਜਾ ਸੁਸ਼ੋਭਿਤ ਹੋਏ। ਸੰਗਤਾਂ ਨੂੰ ਉੱਚੀ ਸੁਰ ਵਿੱਚ ਫਤਿਹ ਬੁਲਾਈ ਤੇ ਕੋਈ 2 ਘੰਟੇ ਦੇ ਲੈਕਚਰ ਵਿੱਚ ਦੇਸ਼ ਦੀ ਆਜ਼ਾਦੀ ਲਈ ਕੀਤੇ ਪਿਛਲੇ ਕਈ ਸਾਲਾਂ ਘੋਲ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ। ਬਾਬਾ ਗੁਰਦੇਵ ਸਿੰਘ ਜੀ ਦਾ ਜਨਮ ਸਰਹਾਲੀ ਪਿੰਡ ਵਿਖੇ ਸਰਦਾਰ ਹੁਕਮ ਸਿੰਘ ਜੀ ਦੇ ਘਰ 1859 ਈਸਵੀ ਵਿੱਚ ਹੋਇਆ। 6 ਸਾਲ ਦੀ ਉਮਰ ਵਿੱਚ ਇੱਕ ਸੰਨਿਆਸੀ ਬਾਬੇ ਪਾਸੋਂ 5 ਗ੍ਰੰਥੀ ਦਾ ਪਾਠ ਕਰਨਾ ਸਿੱਖਿਆ। ਸਕੂਲੀ ਪੜ੍ਹਾਈ ਬਚਪਨ ਵਿੱਚ ਹੀ ਛੱਡ ਦਿੱਤੀ। ਬਚਪਨ ਤੋਂ ਹੀ ਆਪ ਉੱਚੇ ਹੌਸਲੇ ਦੇ ਮਾਲਕ ਸਨ। ਇੱਕ ਵਾਰ ਬਾਬਾ ਗੁਰਦੇਵ ਸਿੰਘ ਟਿੰਡਾਂ ਤੇ ਚੜ੍ਹ ਕੇ ਖੂਹ ਦੇ ਗੇੜ ਰਹੇ ਸਨ ਕਿ ਪੈਰ ਫਿਸਲਣ ਕਰਕੇ ਖੂਹ ਵਿੱਚ ਡਿੱਗ ਪਏ। ਘਬਰਾਏ ਨਾ, ਸਗੋਂ ਹਿੰਮਤ ਕਰਕੇ ਬਚਾਉਣ ਵਾਲਿਆਂ ਦੇ ਆਪਣਨ ਤੋਂ ਬਿਨਾਂ ਹੀ ਖੂਹੋਂ ਬਾਹਰ ਨਿਕਲ ਆਏ। ਜਵਾਨੀ ਸਮੇਂ ਇੱਕ ਰਿਸ਼ਤੇਦਾਰ ਦੇ ਵਿਆਹ ਤੇ ਗਏ ਤਾਂ ਜਾਂਜੀਆਂ ਨੇ ਇੱਕ ਅੜੀਅਲ ਘੋੜੀ ਤੇ ਚੜ੍ਹਨ ਲਈ ਵੰਗਾਰਿਆ, ਜੋ ਕਿ ਕਈਆਂ ਨੂੰ ਡੇਗ ਚੁੱਕੀ ਸੀ। ਨੌਜਵਾਨ ਗੁਰਦੇਵ ਸਿੰਘ ਬਗੈਰ ਕਾਠੀ ਪਾਏ ਘੋੜੀ ਤੇ ਜਾ ਚੜਿਆ ਤੇ ਮੀਲਾਂ ਬੱਧੀ ਘੋੜੀ ਨੂੰ ਭਜਾ ਕੇ ਬੇਅਸਰ ਕਰ ਦਿੱਤਾ। ਬਾਬਾ ਜੀ ਦੀ ਇਸ ਬਹਾਦਰੀ ਨੂੰ ਵੇਖ ਕੇ ਵਿਆਹ ਆਏ ਇੱਕ ਸਿੰਘ ਨੇ ਗੁਰਦੇਵ ਸਿੰਘ ਨੂੰ ਅੰਬਾਲੇ ਛਾਉਣੀ ਮਿਲਟਰੀ ਵਿੱਚ ਭਰਤੀ ਹੋਣ ਲਈ ਬੁਲਵਾਇਆ, ਪਰ ਭਰਤੀ ਕਰਨ ਵਾਲੇ ਅੰਗਰੇਜ਼ ਅਫਸਰ ਨੇ ਨੌਜਵਾਨ ਗੁਰਦੇਵ ਸਿੰਘ ਨੂੰ ਕਿਹਾ, ਅਭੀ ਤੁਮਾਰੀ ਛਾਤੀ ਛੋਟੀ ਹੈ, ਤਕੜਾ ਹੋ ਕਰ ਆਣਾ। ਮਿਲਟਰੀ ਵਿੱਚ ਮੁੜ ਭਰਤੀ ਹੋਣ ਦਾ ਖਿਆਲ ਛੱਡ ਕੇ ਬਾਬਾ ਗੁਰਦੇਵ ਸਿੰਘ ਆਪਣੇ ਭਰਾ ਪਾਸ ਮਲਾਇਆ ਜਾ ਪਹੁੰਚੇ ਤੇ ਚੌਂਕੀਦਾਰ ਦੀ ਨੌਕਰੀ ਕਰਨ ਲੱਗ ਪਏ। ਮਗਰੋਂ ਐਸਾ ਵਸੀਲਾ ਬਣਿਆ ਕਿ ਠੇਕੇਦਾਰੀ ਕਰਨ ਲੱਗੇ। 1883 ਈਸਵੀ ਵਿੱਚ ਸ਼ਾਦੀ ਕੀਤੀ, ਪਰ ਇਸ ਵਿਆਹ ਤੋਂ ਕੋਈ ਔਲਾਦ ਨਾ ਹੋਣ ਕਰਕੇ ਪਹਿਲੀ ਵਹੁਟੀ ਦੀ ਰਜ਼ਾਮੰਦੀ ਨਾਲ ਦੂਜਾ ਵਿਆਹ ਕੀਤਾ, ਜਿਹਦੇ ਚੋਂ 2 ਲੜਕੇ ਹੋਏ। ਪਹਿਲਾ ਲੜਕਾ 3 ਮਹੀਨਿਆਂ ਦਾ ਹੋ ਕੇ ਗੁਜ਼ਰ ਗਿਆ ਤੇ ਦੂਜਾ ਲੜਕਾ ਜਦੋਂ 4 ਵਰ੍ਹਿਆਂ ਦਾ ਹੋਇਆ ਤਾਂ ਬਾਬਾ ਜੀ ਦੀ ਦੂਜੀ ਸੁਪਤਨੀ ਚੱਲ ਬਸੀ। ਇਸ ਦੂਜੇ ਬੱਚੇ ਦੇ ਪਾਲਣ ਦਾ ਕੰਮ ਬਾਬਾ ਗੁਰਦੇਵ ਸਿੰਘ ਜੀ ਦੇ ਜ਼ਿੰਮੇ ਹੀ ਰਿਹਾ। 19ਵੀਂ ਸਦੀ ਦੇ ਅੰਤਮ ਵਰ੍ਹਿਆਂ ਵਿੱਚ ਅੰਗਰੇਜ਼ਾਂ ਨੇ ਪੰਜਾਬ ਵਿੱਚ ਆਪਣਾ ਰਾਜ ਪੱਕਾ ਕਰ ਲਿਆ ਤੇ ਭਾਰਤ ਦੇਸ਼ ਦੀ ਦੌਲਤ ਨੂੰ ਵਲਾਇਤ ਪਹੁੰਚਾਉਣ ਵਿੱਚ ਰੁੱਝ ਗਏ। ਭਾਰਤ ਦੇਸ਼ ਦੀ ਦੌਲਤ ਨੂੰ ਵਲਾਇਤ ਪਹੁੰਚਾਉਣ ਦੇ ਵਿੱਚ ਰੁੱਝ ਗਏ। ਪੰਜਾਬ ਦੇ ਮਿਹਨਤੀ ਕਿਸਾਨ ਵੀ ਆਪਣਾ ਪੇਟ ਭਰਨੋਂ ਅਸਮਰਥ ਹੋਣ ਲੱਗੇ।
ਉਹਨਾਂ ਲਈ ਮਾਲੀਏ ਤਾਰਨੇ ਔਖੇ ਹੋ ਗਏ। ਘਰ ਦੀ ਕਮਾਈ ਨਾਲ ਪੇਟ ਨਾ ਭਰਦਾ ਵੇਖ ਕੇ ਪੰਜਾਬੀ ਕਿਸਾਨ ਵਿਦੇਸ਼ਾਂ ਨੂੰ ਜਾਣ ਦੀ ਤਿਆਰੀ ਕਰਨ ਲੱਗੇ। ਜਿਹੜੇ ਪੰਜਾਬੀ ਮਲਾਇਆ, ਸਿੰਗਾਪੁਰ, ਬਰਮਾ ਆਦਿ ਥਾਵਾਂ ਤੇ ਪੁੱਜੇ, ਉਹਨਾਂ ਨੂੰ ਗੋਰਿਆਂ ਨੇ ਆਪਣੀਆਂ ਕੋਠੀਆਂ ਦੀ ਰਾਖੀ ਦਾ ਕੰਮ ਸੌਂਪਿਆ। ਮਗਰੋਂ ਇਹਨਾਂ ਬਹਾਦਰ ਪੰਜਾਬੀਆਂ ਨੂੰ ਪੁਲਿਸ ਅਤੇ ਮਿਲਟਰੀ ਵਿੱਚ ਭਰਤੀ ਕਰਨਾ ਆਰੰਭਿਆ ਅਤੇ ਇਹਨਾਂ ਆਸਰੇ ਜਜ਼ੀਰਿਆਂ ਵਿਚਲੇ ਆਪਣੇ ਕਬਜ਼ੇ ਨੂੰ ਹੋਰ ਮਜ਼ਬੂਤ ਕਰ ਲਿਆ। ਬੰਦਰਗਾਹਾਂ ਤੇ ਨੇੜੇ ਰਹਿਣ ਕਾਰਨ ਇਹਨਾਂ ਸੂਰਬੀਰ ਪੰਜਾਬੀਆਂ ਦਾ ਮੇਲ ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਤੋਂ ਆਏ ਲੋਕਾਂ ਨਾਲ ਹੁੰਦਾ। ਵਿਦੇਸ਼ੀ ਆਪਣੇ ਮੁਲਕਾਂ ਦੀ ਖੁਸ਼ਹਾਲੀ ਅਤੇ ਆਜ਼ਾਦੀ ਦੀਆਂ ਗੱਲਾਂ ਬੜੇ ਗੌਰਵ ਨਾਲ ਕਰਦੇ ਤੇ ਪੰਜਾਬੀ ਬਿਟਰ ਤੱਕਦੇ ਇਹਨਾਂ ਗੱਲਾਂ ਨੂੰ ਸੁਣਦੇ ਤੇ ਆਪਣੀ ਮੰਦੀ ਦਸ਼ਾ ਨੂੰ ਦੇਖ ਕੇ ਸੁੰਨ ਹੋ ਜਾਂਦੇ। ਉਹ ਸੋਚਦੇ, ਪੰਜਾਬੋਂ ਦੂਰ ਤਾਂ ਆ ਹੀ ਗਏ ਹਾਂ, ਫਿਰ ਕਿਉਂ ਨਾ ਅਮਰੀਕਾ ਜਾਂ ਕੈਨੇਡਾ ਜਾ ਕੇ ਅਸੀਂ ਵੀ ਖੁਸ਼ਹਾਲੀ ਅਤੇ ਆਜ਼ਾਦੀ ਦਾ ਆਨੰਦ ਮਾਣੀਏ। ਉਧਰ 20ਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਸਰਕਾਰ ਦੇਸ਼ ਦੀ ਨਵ ਉਸਾਰੀ ਕਰ ਰਹੀ ਸੀ। ਜੰਗਲ ਕੱਟ ਕੇ ਨਵੀਆਂ ਬਸਤੀਆਂ ਬਣਾਈਆਂ ਜਾ ਰਹੀਆਂ ਸਨ। ਇਸ ਕੰਮ ਲਈ ਬੇਅੰਤ ਮਜ਼ਦੂਰਾਂ ਦੀ ਲੋੜ ਸੀ। ਇਸ ਲੋੜ ਨੂੰ ਪੂਰਾ ਕਰਨ ਹਿੱਤ ਚੀਨ, ਜਾਪਾਨ ਅਤੇ ਹਿੰਦੁਸਤਾਨ ਤੋਂ ਕਾਮੇ ਕੈਨੇਡਾ ਨੂੰ ਧਾਈ ਕਰ ਰਹੇ ਸਨ। ਕੈਨੇਡਾ ਦੇ ਠੇਕੇਦਾਰ ਪੰਜਾਬੀ ਭਾਰਤੀਆਂ ਨੂੰ ਚੀਨੀ ਅਤੇ ਜਾਪਾਨੀ ਮਜ਼ਦੂਰਾਂ ਨਾਲੋਂ ਵਧੇਰੇ ਉਪਯੋਗੀ ਸਮਝਦੇ ਸਨ, ਕਿਉਂ ਜੋ ਪੰਜਾਬੀ ਮਜ਼ਦੂਰ ਆਪਣੀ ਸਰੀਰਕ ਤਾਕਤ ਸਦਕਾ ਰੁੱਖਾਂ ਨੂੰ ਪੁੱਟਣਾ ਮਸ਼ੀਨਾਂ ਨਾਲੋਂ ਵੀ ਸਸਤਾ ਕਰ ਦਿੰਦੇ ਸਨ। ਵਿਦੇਸ਼ੀ ਮਜ਼ਦੂਰਾਂ ਦੇ ਵਾਧੇ ਤੇ ਘੱਟ ਮਜ਼ਦੂਰੀ ਤੇ ਕੰਮ ਕਰਨ ਕਰਕੇ ਕੈਨੇਡੀਅਨ ਮਜ਼ਦੂਰ ਖੁਣਸ ਖਾਣ ਲੱਗੇ ਅਤੇ ਉਹਨਾਂ ਭਾਰਤੀ ਮਜ਼ਦੂਰਾਂ ਦੇ ਕਈ ਥਾਈਂ ਘਰ ਘਾਟ ਵੀ ਸਾੜ ਸੁੱਟੇ। ਭਾਰਤੀ ਮਜ਼ਦੂਰਾਂ ਨੇ ਕੈਨੇਡਾ ਦੀ ਸਰਕਾਰ ਦੇ ਦਰਵਾਜ਼ੇ ਖੜਕਾਏ, ਪਰ ਉਹਨਾਂ ਦੀਆਂ ਫਰਿਆਦਾਂ ਦਾ ਸਰਕਾਰ ਉੱਤੇ ਕੋਈ ਖਾਸ ਅਸਰ ਨਾ ਹੋਇਆ, ਸਗੋਂ ਉਹਨਾਂ ਦੀ ਹੀ ਝਾੜ ਝਪਟ ਕੀਤੀ ਜਾਂਦੀ। ਇੱਥੇ ਹੀ ਬਸ ਨਹੀਂ, ਸਗੋਂ ਕੈਨੇਡਾ ਦੀ ਸਰਕਾਰ ਨੇ ਭਾਰਤੀ ਮਜ਼ਦੂਰਾਂ ਦੇ ਕੈਨੇਡਾ ਵਿੱਚ ਦਾਖਲੇ ਨੂੰ ਰੋਕਣ ਲਈ ਕਾਨੂੰਨੀ ਸਖਤੀ ਵੀ ਆਰੰਭ ਕਰ ਦਿੱਤੀ। ਕਾਨੂੰਨ ਦੀ ਨਵੀਂ ਧਾਰਾ ਅਨੁਸਾਰ ਕੇਵਲ ਉਹੀ ਵਿਅਕਤੀ ਕੈਨੇਡਾ ਆ ਸਕਦੇ ਸਨ ਜਿਹੜੇ ਆਪਣੇ ਨਾਲ ਕੈਨੇਡਾ ਵਿੱਚ ਦਾਖਲ ਹੋਣ ਸਮੇਂ $200 ਨਗਦ ਲਿਆਉਣ। ਇਸ ਕਾਨੂੰਨ ਦੀ ਮਾਰ ਤੋਂ ਚੀਨ ਅਤੇ ਜਾਪਾਨੀ ਮਜ਼ਦੂਰ ਤਾਂ ਆਪਣੇ ਦੇਸ਼ਾਂ ਦੀਆਂ ਸਰਕਾਰਾਂ ਦੇ ਉਪਰਾਲਿਆਂ ਸਦਕਾ ਬਚ ਗਏ, ਪਰ ਗੁਲਾਮ ਭਾਰਤੀਆਂ ਦੇ ਦੁਖੜੇ ਕਿਸ ਨੇ ਦੂਰ ਕਰਨੇ ਸਨ। ਇਹਨਾਂ ਲਈ ਕਾਨੂੰਨ ਦੀ ਸਖਤੀ ਬਰਕਰਾਰ ਰਹੀ। ਜਿਉਂ-ਜਿਉਂ ਭਾਰਤੀ ਮਜ਼ਦੂਰਾਂ ਦੀਆਂ ਤਕਲੀਫਾਂ ਵਿੱਚ ਵਾਧਾ ਹੁੰਦਾ ਗਿਆ, ਤਿਉਂ-ਤਿਉਂ ਉਹਨਾਂ ਦੇ ਮਨਾਂ ਵਿੱਚ ਅੰਗਰੇਜ਼ਾਂ, ਜਿਹੜੇ ਭਾਰਤ ਅਤੇ ਕੈਨੇਡਾ ਦੋਨੋਂ ਥਾਈਂ ਰਾਜ ਕਰ ਰਹੇ ਸਨ, ਵਿਰੁੱਧ ਰੋਸ ਵੱਧਦਾ ਗਿਆ। ਅੰਗਰੇਜ਼ਾਂ ਵੱਲੋਂ ਹੋ ਕੇ ਫੌਜਾਂ ਵਿੱਚ ਲੜਨ ਵਾਲੇ ਭਾਰਤੀਆਂ ਨੂੰ ਆਪਣੀ ਗੁਲਾਮੀ ਦਾ ਅਹਿਸਾਸ ਹੋਣ ਲੱਗਾ। ਇਹਨਾਂ ਦੇ ਮਨਾਂ ਵਿੱਚ ਦੇਸ਼ ਪਿਆਰ ਦੀ ਭਾਵਨਾ ਪ੍ਰਬਲ ਹੋਣ ਲੱਗੀ ਤੇ ਇਸੇ ਭਾਵਨਾ ਨੇ ਮਗਰੋਂ ਜਾ ਕੇ ਗਦਰ ਪਾਰਟੀ ਨੂੰ ਜਨਮ ਦਿੱਤਾ। ਕੈਨੇਡੀਅਨ ਕਾਨੂੰਨ ਦੀ ਸਖਤੀ ਕਾਰਨ ਭਾਰਤੀਆਂ ਦਾ ਕੈਨੇਡਾ ਵਿੱਚ ਦਾਖਲ ਹੋਣਾ ਲਗਭਗ ਅਸੰਭਵ ਹੀ ਹੋ ਗਿਆ। ਪੰਜਾਬੀ ਕਿਸਾਨ ਜ਼ਮੀਨਾਂ ਤੇ ਘਰ ਘਾਟ ਵੇਚ ਵਟਾ ਕੇ ਮਲਾਇਆ, ਸਿੰਗਾਪੁਰ ਜਾ ਕੇ ਕੈਨੇਡਾ ਜਾਣ ਦਾ ਉਪਰਾਲਾ ਕਰਦੇ, ਪਰ ਨਿਸਫਲ ਹੋ ਕੇ ਸਭ ਕੁਝ ਗਵਾ ਕੇ
ਸਿੰਗਾਪੁਰ, ਮਲਾਇਆ ਆਦਿ ਦੇਸ਼ਾਂ ਵਿੱਚ ਹੀ ਠੇਕੇਦਾਰਾਂ ਪਾਸ ਮਜ਼ਦੂਰੀ ਕਰਨ ਲੱਗ ਪੈਂਦੇ। ਜਨਵਰੀ 1914 ਦਾ ਜ਼ਿਕਰ ਹੈ। ਹਾਂਗਕਾਂਗ ਦੇ ਗੁਰਦੁਆਰੇ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਵਸ ਦੇ ਅਵਸਰ 'ਤੇ ਲੱਗੇ ਦੀਵਾਨ ਵਿੱਚ ਮਿਲਟਰੀ ਦਾ ਇੱਕ ਵੀ ਸਿੰਘ ਦਿਖਾਈ ਨਾ ਦਿੱਤਾ। ਗੋਰਾ ਸਰਕਾਰ ਨੇ ਮਿਲਟਰੀ ਵਾਲੇ ਸਿੰਘਾਂ ਨੂੰ ਇਸ ਗੁਰਦੁਆਰੇ ਜਾਣ ਤੋਂ ਰੋਕ ਦਿੱਤਾ ਸੀ। ਸਰਕਾਰ ਸਮਝਦੀ ਸੀ ਕਿ ਇਹ ਗੁਰਦੁਆਰਾ ਆਜ਼ਾਦੀ ਦੀ ਹੁੱਬ ਰੱਖਣ ਵਾਲਿਆਂ ਦਾ ਅੱਡਾ ਬਣ ਚੁੱਕਾ ਹੈ। ਭਰੇ ਦੀਵਾਨ ਵਿੱਚ ਬਾਬਾ ਗੁਰਦਿੱਤ ਸਿੰਘ ਜੀ ਨੇ ਦਸ਼ਮੇਸ਼ ਪਿਤਾ ਦੇ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਸਿੰਘਾਂ ਨੂੰ ਦ੍ਰਿੜ ਕਰਵਾਇਆ ਕਿ ਜਦ ਤੱਕ ਭਾਰਤੀ ਗੁਲਾਮੀ ਦਾ ਜੂਲਾ ਆਪਣੇ ਗਲੋਂ ਲਾਹ ਪਰਾਂ ਨਹੀਂ ਸੁੱਟਦੇ, ਤਦ ਤੀਕ ਇਹ ਕਾਨੂੰਨੀ ਪਾਬੰਦੀਆਂ ਵੀ ਗਲੋਂ ਨਹੀਂ ਲੱਥਣੀਆਂ। ਦੀਵਾਨ ਸਮਾਪਤ ਹੋਇਆ। ਕੈਨੇਡਾ ਜਾਣ ਦੀ ਉਡੀਕ ਕਰ ਰਹੇ ਪੰਜਾਬੀਆਂ ਦਾ ਝੁਰਮਟ ਬਾਬਾ ਜੀ ਦੇ ਦੁਆਲੇ ਆ ਪਿਆ। ਇਹਨਾਂ ਰੋ ਰੋ ਕੇ ਆਪਣੇ ਦੁਖੜੇ ਬਾਬਾ ਜੀ ਨੂੰ ਸੁਣਾਉਂਦਿਆਂ ਹੋਇਆਂ ਦੱਸਿਆ ਕਿ ਕਿਵੇਂ ਠੱਗ ਏਜੰਟਾਂ ਦੇ ਢਹੇ ਚੜ੍ਹ ਕੇ ਉਹ ਬਰਬਾਦ ਹੋ ਰਹੇ ਹਨ। ਉਹਨਾਂ ਬਾਬਾ ਜੀ ਅੱਗੇ ਤਰਲਾ ਕੀਤਾ ਕਿ ਉਹ ਉਹਨਾਂ ਦੀ ਅਗਵਾਈ ਕਰਨ ਅਤੇ ਨਿਆਸਰਿਆਂ ਦੀ ਬਾਂਹ ਫੜਨ। ਬਾਬਾ ਜੀ ਨੇ ਉੱਤਰ ਵਜੋਂ ਕਿਹਾ ਕਿ ਕੈਨੇਡਾ ਜਾਣ ਦਾ ਇੱਕੋ ਹੀ ਤਰੀਕਾ ਹੈ ਕਿ ਕਾਨੂੰਨੀ ਸ਼ਰਤਾਂ ਨੂੰ ਪੂਰਾ ਕੀਤਾ ਜਾਵੇ। ਜੇ ਇਹ ਹੋ ਜਾਵੇ ਤਾਂ ਕੋਈ ਤਾਕਤ ਤੁਹਾਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕ ਨਹੀਂ ਸਕਦੀ। ਦੋ ਨੌਜਵਾਨ ਦਲਜੀਤ ਸਿੰਘ ਅਤੇ ਸਰਦਾਰ ਵੀਰ ਸਿੰਘ ਜੋ ਉੱਚ ਵਿੱਦਿਆ ਪ੍ਰਾਪਤੀ ਲਈ ਅਮਰੀਕਾ ਜਾ ਰਹੇ ਸਨ, ਬਾਬਾ ਜੀ ਤੇ ਪੰਜਾਬੀਆਂ ਵਿੱਚ ਹੋ ਰਹੇ ਇਸ ਵਾਰਤਾਲਾਪ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹਨਾਂ ਅਮਰੀਕਾ ਜਾਣ ਦਾ ਇਰਾਦਾ ਹੀ ਰੱਦ ਕਰ ਦਿੱਤਾ ਤੇ ਬਾਬਾ ਜੀ ਦੇ ਨਾਲ ਮਿਲ ਕੇ ਪੰਜਾਬੀਆਂ ਨੂੰ ਕੈਨੇਡਾ ਪਹੁੰਚਾਉਣ ਦੇ ਆਹਰ ਵਿੱਚ ਜੁਟ ਗਏ। ਉਹਨਾਂ ਬਾਬਾ ਜੀ ਦੇ ਦੱਸੇ ਅਨੁਸਾਰ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਤੋਂ ਇਸ ਵਿਸ਼ੇ ਬਾਰੇ ਲੋੜੀਂਦੀ ਜਾਣਕਾਰੀ ਚਿੱਠੀ ਪੱਤਰ ਰਾਹੀਂ ਪ੍ਰਾਪਤ ਕਰ ਲਈ। ਬਾਬਾ ਗੁਰਦਿੱਤ ਸਿੰਘ ਜੀ ਨੇ ਕਲਕੱਤੇ ਜਾ ਕੇ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੇ ਨਾਂ ਤੇ ਇਸ਼ਤਿਹਾਰ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਕਿ ਉਹ ਕਲਕੱਤੇ ਤੋਂ ਸਿੱਧਾ ਜਹਾਜ਼ ਲੈ ਕੇ ਕੈਨੇਡਾ ਜਾ ਰਹੇ ਹਨ। ਪਰ ਗੋਰਾ ਸਰਕਾਰ ਦੀ ਸਖਤੀ ਅਤੇ ਵਿਰੋਧੀ ਪ੍ਰਾਪੇਗੰਡਾ ਕਾਰਨ ਇੱਕ ਵੀ ਮੁਸਾਫਰ ਇਸ ਯਾਤਰਾ ਲਈ ਤਿਆਰ ਨਹੀਂ ਹੋਇਆ। ਵਾਪਸ ਸਿੰਗਾਪੁਰ ਆ ਕੇ ਬਾਬਾ ਜੀ ਨੇ 24 ਮਾਰਚ 1914 ਨੂੰ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ 6 ਮਹੀਨਿਆਂ ਲਈ $11,000 ਪ੍ਰਤੀ ਮਹੀਨੇ ਦੇ ਕਿਰਾਏ ਤੇ ਲੈ ਲਿਆ। 500 ਤੋਂ ਉੱਤੇ ਮੁਸਾਫਰ ਕੈਨੇਡਾ ਜਾਣ ਲਈ ਹਾਂਗਕਾਂਗ ਤੋਂ ਹੀ ਮਿਲ ਗਏ। ਜਹਾਜ਼ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ। ਜਹਾਜ਼ੀ ਕੰਪਨੀ ਬਣਾਉਣ ਲਈ 80 ਲੱਖ ਰੁਪਏ ਦੇ ਇਕਰਾਰ ਹੋ ਗਏ। ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਬਣਾ ਲਈ ਗਈ। ਗੌਰਮਿੰਟ ਪੈਸੇਜ ਆਫਿਸ ਤੋਂ ਇਮੀਗ੍ਰੇਸ਼ਨ ਐਕਟ ਮੁਤਾਬਕ ਹਾਂਗਕਾਂਗ ਤੋਂ $125 ਪ੍ਰਤੀ ਸਵਾਰੀ ਦੇ ਕੇ 500 ਟਿਕਟ ਖਰੀਦੇ ਗਏ। ਗੁਰੂ ਨਾਨਕ ਜਹਾਜ਼ ਹਾਂਗਕਾਂਗ ਬੰਦਰਗਾਹ ਤੇ ਤਿਆਰ ਖੜਾ ਸੀ। ਰਸਤੇ ਲਈ ਲੋੜੀਂਦੀਆਂ ਵਸਤੂਆਂ ਆਟਾ, ਤੇਲ, ਚਾਵਲ, ਦਾਲਾਂ ਜਹਾਜ਼ ਵਿੱਚ ਲੱਦੀਆਂ ਜਾ ਚੁੱਕੀਆਂ ਸਨ ਅਤੇ ਡਾਕਟਰ ਰਘੁਨਾਥ ਸਿੰਘ ਹੋਣਾ ਦਵਾਈਆਂ ਦਾ ਵੀ ਪ੍ਰਬੰਧ ਕਰਿਆ ਹੋਇਆ ਸੀ। ਬਸ ਉਡੀਕ ਸੀ ਤਾਂ ਕੇਵਲ ਗਵਰਨਰ ਹਾਂਗਕਾਂਗ ਪਾਸੋਂ ਤੁਰਨ ਲਈ
ਆਗਿਆ ਪੱਤਰ ਮਿਲਣ ਦੀ। ਹਾਂਗਕਾਂਗ ਦੀ ਗੋਰਾ ਸਰਕਾਰ ਕੁਝ ਹੋਰ ਹੀ ਗੱਲ ਗੁੰਦ ਰਹੀ ਸੀ। 5 ਮਾਰਚ 1914 ਨੂੰ ਅਚਨਚੇਤ ਬਾਬਾ ਗੁਰਦੇਵ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੰਪਨੀ ਦੇ ਦਫ਼ਤਰ ਤੇ ਕਬਜ਼ਾ ਕਰਕੇ ਮੁਸਾਫਰਾਂ ਵਿੱਚ ਅਜਿਹੀ ਹਫੜਾ ਦਫੜੀ ਮਚਾਈ ਕਿ ਸਭ ਖਿੰਡ ਪੁੰਡ ਗਏ। ਜਹਾਜ਼ ਦੀ ਰਵਾਨਗੀ ਵਿੱਚ ਵਿਘਨ ਪਾ ਕੇ ਅਗਲੇ ਦਿਨ ਬਾਬਾ ਜੀ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ ਅਤੇ ਉਹਨਾਂ ਵਿਰੁੱਧ ਘੜਿਆ ਝੂਠਾ ਮੁਕੱਦਮਾ ਵੀ ਸਰਕਾਰ ਨੇ 28/3/1914 ਨੂੰ ਵਾਪਸ ਲੈ ਲਿਆ। ਸਰਕਾਰ ਦੀ ਇਸ ਧੱਕੇਸ਼ਾਹੀ ਕਾਰਨ 500 ਵਿੱਚੋਂ ਕੇਵਲ 135 ਮੁਸਾਫਰ ਰਹਿ ਗਏ ਤੇ ਬਾਕੀ ਦੇ ਖਿੰਡ ਪੁੰਡ ਗਏ। ਕੁਝ ਦਿਨਾਂ ਮਗਰੋਂ ਬਾਬਾ ਜੀ ਨੂੰ ਅਚਾਨਕ ਹੀ ਐਕਟਿੰਗ ਗਵਰਨਰ ਮਿਸਟਰ ਸਵੇਰਨ ਤੋਂ ਗੁਰੂ ਨਾਨਕ ਜਹਾਜ਼ ਨੂੰ ਕੈਨੇਡਾ ਲੈ ਜਾਣ ਦੀ ਆਗਿਆ ਮਿਲ ਗਈ। 4 ਅਪ੍ਰੈਲ 1914 ਨੂੰ ਜਹਾਜ਼ 135 ਮੁਸਾਫਰਾਂ ਨੂੰ ਹੀ ਲੈ ਕੇ ਕੈਨੇਡਾ ਲਈ ਤੁਰ ਪਿਆ। ਸ਼ੰਘਾਈ ਅਤੇ ਕੋਬੇ ਦੀਆਂ ਬੰਦਰਗਾਹਾਂ ਤੇ ਹੋਰ ਮੁਸਾਫਰ ਮਿਲ ਗਏ ਤੇ ਗਿਣਤੀ 360 ਤੱਕ ਅੱਪੜ ਗਈ। 21/5/1914 ਨੂੰ ਸ਼ੰਘਾਈ, ਮੋਜੀ ਤੇ ਯੋਕੋਹਾਮਾ ਬੰਦਰਗਾਹਾਂ ਤੋਂ ਹੁੰਦਾ ਹੋਇਆ ਇਹ ਜਹਾਜ਼ ਕੈਨੇਡਾ ਦੇਸ਼ ਦੇ ਵਿਕਟੋਰੀਆ ਬੰਦਰਗਾਹ ਦੀ ਜੂਹ ਵਿੱਚ ਜਾ ਪੁੱਜਾ। ਪਰ ਅੱਗੋਂ ਉਸ ਦੇਸ਼ ਦੇ ਇਮੀਗ੍ਰੇਸ਼ਨ ਮਹਿਕਮੇ ਦੇ ਅਫਸਰਾਂ ਨੇ ਜਹਾਜ਼ ਨੂੰ ਬੰਦਰਗਾਹ ਵਿੱਚ ਆਉਣ ਤੋਂ ਰੋਕ ਦਿੱਤਾ। ਵੈਨਕੂਵਰ ਸ਼ਹਿਰ ਤੋਂ ਭਾਈ ਭਗਵਾਨ ਸਿੰਘ ਜੀ ਗ੍ਰੰਥੀ ਹੋਰ ਸਾਥੀਆਂ ਸਮੇਤ ਭਾਰਤੀ ਮੁਸਾਫਰਾਂ ਦੇ ਸਵਾਗਤ ਲਈ ਵਿਕਟੋਰੀਆ ਬੰਦਰਗਾਹ ਤੇ ਪੁੱਜੇ ਹੋਏ ਸਨ। ਉਹਨਾਂ ਮੋਟਰ ਕਿਸ਼ਤੀ ਰਾਹੀਂ ਜਹਾਜ਼ ਜਾਣ ਦਾ ਯਤਨ ਕੀਤਾ, ਪਰ ਕੈਨੇਡੀਅਨ ਅਹਿਲਕਾਰਾਂ ਨੇ ਮੋਟਰ ਕਿਸ਼ਤੀ ਨੂੰ ਜਹਾਜ਼ ਦੇ ਨੇੜੇ ਨਾ ਜਾਣ ਦਿੱਤਾ ਤੇ ਵਾਪਸ ਭੇਜ ਦਿੱਤਾ। ਜਹਾਜ਼ ਦੇ ਜਾਪਾਨੀ ਕਪਤਾਨ ਦੀ ਨੀਅਤ ਵਿੱਚ ਵੀ ਫਰਕ ਆ ਗਿਆ ਅਤੇ ਉਹ ਇਮੀਗ੍ਰੇਸ਼ਨ ਅਫਸਰਾਂ ਦੇ ਸਾਹਮਣੇ ਕਹਿਣ ਲੱਗਾ ਕਿ ਉਸ ਤੋਂ ਜਹਾਜ਼ ਦਾ ਰਵਾਨਗੀ ਪੱਤਰ ਗੁੰਮ ਹੋ ਗਿਆ ਹੈ। ਪਰ ਹੋਣਹਾਰ ਨੌਜਵਾਨ ਸਰਦਾਰ ਦਲਜੀਤ ਸਿੰਘ ਨੇ ਕਪਤਾਨ ਦੇ ਕਾਗਜ਼ਾਂ ਚੋਂ ਝੱਟ ਰਵਾਨਗੀ ਪੱਤਰ ਲੱਭ ਕੇ ਇਮੀਗ੍ਰੇਸ਼ਨ ਅਫਸਰਾਂ ਨੂੰ ਦਿਖਾ ਦਿੱਤਾ। ਇਸ ਦੇ ਬਾਵਜੂਦ ਉਹਨਾਂ ਅਫਸਰਾਂ ਨੇ ਜਹਾਜ਼ ਨੂੰ ਵਿਕਟੋਰੀਆ ਬੰਦਰਗਾਹ ਤੇ ਲੱਗਣ ਨਾ ਦਿੱਤਾ। ਪੁਸਤਕ ਕਾਮਾਗਾਟਾ ਮਾਰੋ ਹੀਰੋ ਬਾਬਾ ਗੁਰਦੇਵ ਸਿੰਘ ਜੀ, ਭਾਗ ਪਹਿਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਸਤਕ ਹਵਾਲਾ ਕਾਮਾਗਾਟਾ ਮਾਰੂ ਹੀਰੋ ਬਾਬਾ ਗੁਰਦੇਵ ਸਿੰਘ, ਆਵਾਜ਼ ਭਾਈ ਸੰਦੀਪ ਸਿੰਘ ਖਾਲੜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ